पंजाबी दी एक कहावत है जई कोको ते ये कोको दे बच्चे ये जिहो जिहा मोदी ते अमित शाह उहो जिहा ये भी सी बिजनेसमैन ज़्यादा आ और अकैडमिक जिहड़ी ओहदी कोई भी मानसिकता आ वो बहुत घट बंदूक नालों भी ज़्यादा जिहड़ी शक्तिशाली हथियार साडा एकता ते शांति हैगी। देश एक बहुत वड्डे उथल पुथल चों गुजरन वाला इस देश के अंदर हो सकता खाना जंगी भी होवे। सत श्री अकाल जी, मैं अमनप्रीत सिंह वॉइस ऑफ पंजाब टीवी देख रहे सारे ही दर्शकों का स्वागत। पंजाब यूनीवर्सिटी के प्रोटेस्ट लगातार जारी है। मुद्दा है सैनेट चोणां ना करवाउण नूं लैके। नाल प्रोफैसर मनजीत सिंह जी मौजूद है, राजनीतिक माहर भी ने और यूनीवर्सिटी नाल जुड़े हुए विद्यार्थियों नाल जुड़े हुए। प्रोफैसर साहब, जो करंट रजीम है इंडिया की, जो माहौल पैदा हो रहा है, किसी की सुनना ना, डिकटेटरशिप, जे कोई कुछ कहे सलाखा पिछे सड़ दो, बैरीकेड ला दो, ये चीज़ां सड़कों च पिंडां च सुनिया सी, पर विद्यक अदारियां च बैरीकेड लग जाने, ये नवा माहौल जिहड़ा सिरजिया जा रहा है, इहनूं किस तरह देखते हो? पंजाबी दी एक कहावत है जई कोको ते ये कोको दे बच्चे ये जिहो जिहा मोदी ते अमित शाह उहो जिहा ये भी सी ना उन्हां नूं लोकतंत्रक प्रणाली पसंद आ ना उन्हां नूं जिहड़ी विरोधी धिरां दी आवाज़ पसंद आ। जिहड़ा विरोधता करदा उहदे ते UAPA ला दिओ, ਉਹਨੂੰ ਉਹਦੇ ਤੇ ਕੋਈ ईडी बिठा दिओ, CBI लगा दिओ। यही हाल ते इस VC दा अज कल जिहड़ा भी अफसर ये गौरमेंट लाउंदी है ਉਹਦੀ ਐਸੈਂਸ਼ੀਅਲ ਕੁਆਲੀਫਿਕੇਸ਼ਨ ਸਭ ਤੋਂ ਜ਼ਰੂਰੀ ਉਹਦੀ ਕੁਆਲੀਫਿਕੇਸ਼ਨ ਇਹ ਹੈ ਕਿ ਕੀ ਇਹ ਜਾ ਕੇ ਉਸ ਇੰਸਟੀਟਿਊਸ਼ਨ ਨੂੰ ਕਮਜ਼ੋਰ ਕਰਕੇ ਪਹਿਲਾਂ PPP ਮੋਡ 'ਚ ਲਿਜਾ ਕੇ ਫਿਰ ਉਹ ਪ੍ਰਾਈਵੇਟ ਅਦਾਰਿਆਂ ਨੂੰ ਵੇਚਣ ਦੇ ਕਾਬਿਲ ਹੈ ਕਿ ਨਹੀਂ ਹੈ। ਮੈਨੂੰ ਤਾਂ ਲੱਗਦਾ ਕਿ ਇਹ ਕਾਫੀ ਇਹਦੇ 'ਚ ਪੋਟੈਂਸ਼ੀਅਲ ਹੈ ਜਿਹੜਾ ਹੋਣ ਵਾਲਾ VC ਹੈ, ਕਿਉਂਕਿ ਤੁਹਾਨੂੰ ਚਿਹਰੇ ਤੋਂ ਵੀ ਔਰ ਉਹਨਾਂ ਦੇ ਗੱਲਬਾਤ ਤੋਂ ਵੀ ਇਹੀ ਲੱਗਦਾ ਕਿ ਉਹ ਬਿਜ਼ਨਸਮੈਨ ਜ਼ਿਆਦਾ ਆ ਔਰ ਅਕੈਡਮਿਕ ਜਿਹੜੀ ਉਹਦੀ ਕੋਈ ਵੀ ਮਾਨਸਿਕਤਾ ਆ ਉਹ ਬਹੁਤ ਘੱਟ ਹੈ। ਨਹੀਂ ਤਾਂ ਕੋਈ VC ਨਹੀਂ ਹੋਊਗਾ ਜਿਹਦਾ ਥੋੜ੍ਹਾ ਬਹੁਤ ਵੀ पढ़ाई दे लिखाई दे नाल प्यार होवे, सत्कार होवे कि बिना सैनेट दीयां चोणां कराए तुसीं बिना इत्थे दी लोकल पार्लीमेंट यूनीवर्सिटी दी जिहनूं कहने असीं उस नूं चोण करवाए तुसीं साल एक अपने आप ही चलाई जाओ, दादागिरी ना चलाई जाओ। ये इंतहा हो गई है। ਹੁਣ ਇਹ ਜਿਹੜੇ ਬੱਚੇ ਤੇ ਨੌਜਵਾਨ ਤੇ ਟੀਚਰ ਤੇ ਐਮਪਲਾਈ ਇਕੱਠੇ ਹੋਏ ਆ, ਬਾਹਰੋਂ ਕਿਸਾਨ ਯੂਨੀਅਨਾਂ ਦੇ ਲੀਡਰ ਆਏ, ਪਾਰਟੀਆਂ ਦੇ ਬੰਦੇ ਆਏ ਆ, ਇਹ ਜਿਹੜਾ ਮਹਾਜ ਬਣਿਆ ਇਹ ਉਹੋ ਜਿਹਾ ਹੀ ਮਹਾਜ ਹੁਣ ਕਾਇਮ ਹੋ ਗਿਆ। VC ਨੂੰ ਕੀ ਕੋਈ ਵੀ ਹੋਰ ਆ ਜਾਏ, ਕੋਈ ਵੱਡੇ ਤੋਂ ਵੱਡਾ BJP ਦਾ ਵੀ ਲੀਡਰ ਆ ਜਾਏ, ਗਵਰਨਰ ਆ ਜਾਏ, ਮੈਂ ਜਿਹੜਾ ਕਹਿੰਦਾ ਕਿ ਜਿਨ੍ਹਾਂ ਦੀ ਇੱਕ ਅਹਿਮ ਭੂਮਿਕਾ ਇੱਥੇ ਦੇ VC ਦੀ ਵੀ ਯੂਨੀਵਰਸਿਟੀਆਂ ਦੇ ਅੰਦਰ ਵੀ ਹੁੰਦੀ ਆ, ਇਹ ਆਵਾਜ਼ ਹੁਣ ਸੁਣਨ ਵਾਲੇ ਨਹੀਂ। ਕਿਉਂਕਿ ਜਦੋਂ ਕਿਸੇ ਵੀ ਜ਼ੁਲਮ ਦੀ ਅਨਿਆਂ ਦੀ ਇੰਤਹਾ ਹੋ ਜਾਂਦੀ ਹੈ ਫਿਰ ਲੋਕਾਂ ਕੋਲ कोई चारा नहीं कि इकट्ठे होके अपनी आवाज़ बुलंद करने तो अलावा ये अज उही हो रहा, इसका असर जरूर होगा। साहब, एक बड़ा गंभीर मुद्दा यह है कि पंजाब यूनीवर्सिटी के नाल सिर्फ पंजाब के कॉलेज है, हरियाणा हिमाचल पहले ही अपने आप को वख कर चुका है, पर हुण सवाल ये उठ रहा विद्यार्थियों के मनां 'च खदशा है, अखबारों दी सुर्खियां 'च भी है कि कुछ पंजाब के कॉलेजों नूं आउण वाले समय 'च रोपड़ ते लुधियाणे की गल चली सी, ये डी-एफिलीएट करके पंजाब की हौली हौली साझेदारी नूं दाਅ ते ला रहे हैं। ਇਹ ਗੱਲ ਤੁਹਾਡੀ ਠੀਕ ਹੈ ਕਿ ਇਸ ਯੂਨੀਵਰਸਿਟੀ ਨੂੰ ਇੱਥੋਂ ਪੰਜਾਬ ਦੇ ਕੋਲੋਂ ਖਿਸਕਾ ਕੇ ਉਹਦੇ ਹੱਥੋਂ ਬਾਹਰ ਕਰਕੇ ਉਹ ਦਿੱਲੀ ਵੱਲ ਨੂੰ ਇਹਨਾਂ ਦੀ ਧਾਰਾ ਜ਼ਿਆਦਾ ਹੈਗੀ ਹੈ। ਇਹ ਵੀ ਗੱਲ ਆਈ ਸੀ ਕਿ ਯਮੁਨਾ ਨਗਰ ਅੰਬਾਲਾ ਦੇ ਕੁਝ ਕਾਲਜ ਇਸ ਯੂਨੀਵਰਸਿਟੀ ਨਾਲ ਲਾਤੇ ਜਾਣਗੇ ਤਾਂ ਕਿ ਹਰਿਆਣੇ ਦੀ ਪਿਉਂਤੜੇਬਾਜ਼ੀ ਹੋ ਜੇ ਤਾਂ ਫਿਰ ਦਿੱਲੀ ਉੱਥੋਂ ਹਰਿਆਣਾ ਬਾਰਡਰ ਤੋਂ ਨੇੜੇ ਪੈਂਦਾ, ਇਹਨੂੰ ਉਧਰ ਨੂੰ ਤੋਰਤਾ ਜਾਏ ਔਰ ਇਹਦਾ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਆ ਉਹ ਦਿੱਲੀ ਕਰੇ। ਮਿਨਿਸਟਰੀ ਜਿਹੜੀ ਹਿਊਮਨ ਰਿਸੋਰਸ ਡਿਵੈਲਪਮੈਂਟ ਦੀ ਆ, ਐਜੂਕੇਸ਼ਨ ਮਿਨਿਸਟਰੀ ਜਿਹਨੂੰ ਕਹਿੰਦੇ, ਉਹ ਕਰੇ। ਇਸ ਪਾਸੇ ਪੂਰਾ ਇਹਨਾਂ ਦਾ ਟਿੱਲ ਲੱਗਿਆ ਹੋਇਆ। ਪਰ ਹਾਲ ਦੀ ਘੜੀ ਜਿਸ ਤਰੀਕੇ ਨਾਲ ਲੋਕਾਂ ਦਾ ਜ਼ੋਰ ਪੈ ਗਿਆ, ਹਾਲ ਦੀ ਘੜੀ ਇਹ ਠੱਲ ਪੈ ਗਈ ਆ, ਪਰ ਆਉਣ ਵਾਲੇ ਸਮੇਂ 'ਚ ਇਹ ਕੋਸ਼ਿਸ਼ਾਂ ਇਹਨਾਂ ਦੀਆਂ ਜਾਰੀ ਹੋਣਗੀਆਂ। ਇਸੇ ਕਰਕੇ ਜੋ ਅੱਜ ਜਿਹੜਾ ਮਾਹੌਲ ਹੈ ਜਾਂ ਜਿਹੜਾ ਸਟਰਗਲ ਆ ਇਹ ਇੱਥੇ ਬੰਦ ਹੋਣ ਵਾਲਾ ਨਹੀਂ। ਇਹ ਕਿਉਂਕਿ ਇਹੋ ਜਿਹੇ ਇੰਸਟੀਟਿਊਸ਼ਨ ਨੂੰ ਬਚਾਉਣ ਦਾ, ਇੱਥੇ ਲੋਕਾਂ ਦੇ ਭਵਿੱਖ ਨੂੰ ਬਚਾਉਣ ਦਾ, ਇੱਥੇ ਦੇ ਨੌਜਵਾਨਾਂ ਦੇ ਸਾਇੰਟੀਫਿਕ ਟੈਂਪਰ ਨੂੰ ਬਚਾਉਣ ਦਾ ਇੱਥੇ ਦਾ ਸਵਾਲ ਆ। ਇਸ ਕਰਕੇ ਇਹ ਲੜਾਈ ਲੰਮੀ ਰਹੂਗੀ। ਪਰ ਸਭ ਤੋਂ ਪਹਿਲਾਂ ਅੱਜ ਦਾ ਮੁੱਦਾ ਜਿਹੜਾ ਉਹ ਹੈ ਕਿ ਇੱਥੇ ਚੋਣਾਂ ਕਰਾਈਆਂ ਜਾਣ ਸੈਨੇਟ ਦੀਆਂ ਔਰ ਚੋਣਾਂ ਕਰਾ ਕੇ ਯੂਨੀਵਰਸਿਟੀ ਖੋਲ੍ਹੀ ਜਾਏ ਤਾਂ ਕਿ ਇੱਥੇ ਦਾ ਜਿਹੜਾ ਮਾਹੌਲ ਆ ਉਹ ਪੜ੍ਹਾਈ ਲਿਖਾਈ ਵਾਲਾ ਬਣੇ, ਨਾ ਕਿ ਜਿਵੇਂ ਹੁਣ ਇੱਥੇ ਉੱਲੂ ਬੋਲ ਰਹੇ ਆ, ਗੋਡੇ ਗੋਡੇ ਗਿੱਠ ਗਿੱਠ ਮਿੱਟੀ ਜੰਮ ਗਈ ਉੱਥੇ ਦਫ਼ਤਰਾਂ ਦੇ ਵਿੱਚ ਤੇ ਕਲਾਸਰੂਮ ਦੇ ਵਿੱਚ। ਉਹ ਸਾਰਾ ਸਾਫ਼ ਸਫਾਈ ਕਰਕੇ ਨੌਜਵਾਨਾਂ ਦਾ ਜਿਹੜਾ 17,000 ਇੱਥੇ ਬੱਚਾ ਪੜ੍ਹਦਾ ਉਹਨਾਂ ਦੇ ਭਵਿੱਖ ਨਾਲ ਖੇਡਣਾ ਬੰਦ ਕੀਤਾ ਜਾਏ। ਵੈਸੇ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬੀਆਂ 'ਚ ਹੁਣ ਇੱਕ ਮੋੜਾ ਫੇਰ ਪੈਣ ਲੱਗ ਗਿਆ? ਜਸਵੰਤ ਸਿੰਘ ਕੰਵਲ ਦੀ ਇੱਕ ਨਾਵਲ ਵੀ ਸੀ ਮੋੜਾ,
ਪਹਿਲਾਂ ਇਹ ਹੁੰਦਾ ਸੀ ਕਿਉਂਕਿ ਤੁਸੀਂ ਪੁਰਾਣੇ ਵੇਲੇ ਦੇਖਿਆ ਜਦੋਂ ਪੰਜਾਬੀਆਂ ਨੇ ਮੁਹਿੰਮਾਂ ਲੜਨੀਆਂ ਥੋੜਾ ਗਰਮਜੋਸ਼ ਸੀ, ਪਰ ਹੁਣ ਜਦੋਂ ਵੀ ਕਿਤੇ ਪੰਜਾਬੀਆਂ ਦੀ ਮੁਹਿੰਮ ਹੈ, ਚਾਹੇ ਬਾਰਡਰ ਟਿੱਕਰੀ ਤੇ ਲਾ ਲਓ, ਸਿੰਘੂ ਤੇ, ਜਾਂ ਸਭ ਤੋਂ ਪਹਿਲਾਂ ਕਿਤਾਬ ਘਰ ਖੁੱਲ੍ਹ ਜਾਂਦਾ ਹੈ। ਪੰਜਾਬੀ ਬੜੇ ਜ਼ਾਬਤੇ ਤੋਂ ਕੰਮ ਲੈ ਰਹੇ ਔਰ ਦੁਨੀਆ ਦੇਖ ਰਹੀ ਹੈ ਕਿ ਜਿਸ ਤਰ੍ਹਾਂ ਜਿਹੜੀਆਂ ਮੁਹਾਰਾਂ ਹੈ ਉਹ ਜ਼ਾਬਤੇ ਵੱਲ ਮੋੜੀਆਂ ਜਾ ਰਹੀਆਂ, ਉੱਥੇ ਪੜ੍ਹਿਆ ਜਾ ਰਿਹਾ, ਗਾਇਆ ਜਾ ਰਿਹਾ, ਪਾਸ਼ ਨੂੰ ਪੜ੍ਹਿਆ ਜਾ ਰਿਹਾ। ਇਹ ਲੱਗਦਾ ਕਿ ਇੱਕ ਚੰਗਾ ਮੋੜ ਹੈ ਜਿਹੜਾ ਹੁਣ ਪੈ ਗਿਆ ਹੈ। ਆਹੋ, ਇਹ ਕਿੰਨੀ ਕੁ ਤਬਦੀਲੀ ਆਈ ਕਿ ਪੜ੍ਹਨ ਲਿਖਣ ਵੱਲ ਜ਼ਿਆਦਾ ਹੋ ਗਏ, ਇਹ ਤੇ ਮੈਂ ਅਜੇ ਕੋਈ ਡੈਫੀਨੇਟਲੀ ਨਹੀਂ ਕਹੂੰਗਾ, ਪਰ ਇੱਕ ਤਬਦੀਲੀ ਬਹੁਤ ਵੱਡੀ ਆਈ ਹੈ। ਪਹਿਲਾਂ ਇਹਨਾਂ ਨੂੰ ਲੱਗਦਾ ਸੀਗਾ ਕਿ ਤਲਵਾਰ ਦੇ ਨਾਲ, ਮਸਲ ਪਾਵਰ ਦੇ ਨਾਲ, ਕੁੱਟਮਾਰ ਦੇ ਨਾਲ ਅਗਲੇ ਨੂੰ ਦਬਕਾ ਕੇ, ਜਰਕਾ ਕੇ ਅਸੀਂ ਜਿੱਤਾਂ ਹਾਸਲ ਕਰ ਸਕਦੇ ਹਾਂ, ਜਿਵੇਂ ਪੁਰਾਣੀਆਂ ਲੜਾਈਆਂ ਹੁੰਦੀਆਂ ਹੀ ਸੀ ਔਰ ਇਸ ਏਰੀਏ 'ਚ ਬਹੁਤ ਹੁੰਦੀਆਂ ਰਹੀਆਂ ਕਿ ਆਪਾਂ ਇਕੱਠੇ ਹੋ ਤੇ ਧਾੜ ਵੀ ਬਣ ਜਾਓ ਤੇ ਕੁਝ ਕੁੱਟ ਦੋ, ਕੁਝ ਮਾਰ ਲਓ, ਕੁਝ ਲੁੱਟ ਲਓ। ਇਸ ਕਿਸਮ ਦਾ ਇੱਥੇ ਚੱਲਦਾ ਰਿਹਾ। ਇਹਨਾਂ ਨੇ ਹੌਲੀ ਹੌਲੀ ਇੰਨੀ ਸਮਝ ਤੇ ਰਾਜਨੀਤਿਕ ਚੇਤਨਾ ਤੇ ਪੈਦਾ ਹੋ ਗਈ ਆ ਕਿ ਲੜਨ ਭਿੜਨ ਦੇ ਨਾਲੋਂ ਜ਼ਿਆਦਾ ਸ਼ਕਤੀਵਾਨ, ਬੰਦੂਕ ਨਾਲੋਂ ਵੀ ਜ਼ਿਆਦਾ ਜਿਹੜੀ ਸ਼ਕਤੀਸ਼ਾਲੀ ਹਥਿਆਰ ਉਹ ਸਾਡਾ ਏਕਾ ਤੇ ਸ਼ਾਂਤੀ ਹੈਗੀ। ਸ਼ਾਂਤੀ ਦਾ ਜਿਹੜਾ ਬੰਬ ਆ ਉਹ ਸਭ ਤੋਂ ਜ਼ਿਆਦਾ ਵਿਸਫੋਟਕ ਤੇ ਸਭ ਤੋਂ ਜ਼ਿਆਦਾ ਭਿਆਨਕ ਹੈਗਾ। ਸ਼ਾਇਦ ਇਸੇ ਕਰਕੇ ਹੁਣ ਸਰਕਾਰਾਂ ਨਾਕਾਮ ਹੈ ਕਿਉਂਕਿ ਉਹ ਪਹਿਲਾਂ ਲੜਾਈ 'ਚ ਹੀ ਉਲਝਾ ਕੇ ਪੰਜਾਬੀਆਂ ਨੂੰ ਕਾਨੂੰਨੀ ਉਹ 'ਚ ਫਸਾ ਲੈਂਦੀਆਂ ਸੀ, ਪਰ ਹੁਣ ਪੰਜਾਬੀ ਉਸ 'ਚੋਂ ਨਿਕਲ ਗਏ ਕਿਉਂਕਿ ਹੁਣ ਉਹ ਸ਼ਾਂਤੀ 'ਚ ਦੇ ਵਿੱਚ ਆ ਗਏ ਆ। ਇਹੀ ਕਾਰਨ ਹੈ ਕਿ ਇੱਥੇ ਵੀ ਇਸ ਗੱਲ ਤੇ ਵੀ ਅੱਜ ਜੇ ਦੇਖਿਆ ਜਾਵੇ ਤਾਂ ਇਹੀ ਹੈਗੀ ਇਸ ਗੱਲ ਦੀ ਕਿ ਜੇ ਅੱਜ ਸਾਡੀ ਇੰਨੀ ਵੱਡੀ ਇਹ ਮੂਵਮੈਂਟ ਖੜੀ ਹੋ ਗਈ ਆ, ਉਹਦਾ ਕਾਰਨ ਇਹੀ ਹੈ। ਇੱਥੇ ਵੀ ਅਸੀਂ ਦੇਖਿਆ ਕਿ ਪਹਿਲਾਂ ਬੱਚੇ ਕਈ ਵਾਰੀ BC ਦੇ ਪੱਥਰ ਮਾਰ ਤੇ ਦੁਖੀ ਹੋ ਕੇ BC ਦੇ ਦਫ਼ਤਰ ਤੇ ਕੋਈ ਸ਼ੀਸ਼ਾ ਤੋੜਤਾ, ਹੁਣ ਸਾਰੇ ਹੀ ਇੰਨੇ ਸਿਆਣੇ ਹੋ ਗਏ ਆ। ਉਹਨਾਂ ਨੇ ਕਿਸਾਨਾਂ ਨੇ ਕਿਸਾਨ ਯੂਨੀਵਰਸਿਟੀ ਜਿਹੜੀ ਖੁੱਲ੍ਹੀ ਹੋਈ ਆ ਸਿੰਘੂ ਬਾਰਡਰ ਤੇ, ਉਹਨਾਂ ਇੱਕ ਗੱਲ ਤੇ ਇਹਨਾਂ ਨੂੰ ਕੋਰਸ ਕਰਾਤਾ ਪੱਕਾ। ਜਿਵੇਂ ਮੋਦੀ ਜੀ ਕੋਰਸ ਕਰਾ ਰਹੇ ਆ ਕਿ ਯੂਨੀਵਰਸਿਟੀਆਂ ਬੰਦ ਕਿਵੇਂ ਕਰਾਉਣੀਆਂ, ਤੇ ਕਿਸਾਨ ਵੀਰ ਨੌਜਵਾਨਾਂ ਨੂੰ, ਜਨਤਾ ਜਨਾਰਦਨ ਨੂੰ ਇਹ ਕੋਰਸ ਕਰਾ ਰਹੇ ਆ ਕਿ ਇੱਥੇ ਡੈਮੋਕ੍ਰੇਸੀ, ਲੋਕਤੰਤਰ, ਸੰਵਿਧਾਨ ਬਚਾਉਣਾ ਕਿਵੇਂ ਆ, ਏਕੇ ਨਾਲ, ਸ਼ਾਂਤੀ ਨਾਲ, ਇਕੱਠੇ ਹੋ ਕੇ ਲਗਾਤਾਰ ਦਾ ਨਾਲ। ਉਹ ਮੇਰਾ ਖਿਆਲ ਕੁੱਲ ਮਿਲਾ ਕੇ ਇਹ ਦੋਵੇਂ ਮੁਕਾਬਲਾ ਆਮਣੇ ਸਾਹਮਣੇ ਆ। ਮੈਂ ਇੱਕ ਲਾਸਟ ਗੱਲ ਤੁਹਾਨੂੰ ਦੱਸਦਾ, ਦੇਸ਼ ਇੱਕ ਬਹੁਤ ਵੱਡੇ ਉਥਲ ਪੁਥਲ 'ਚੋਂ ਗੁਜ਼ਰਨ ਵਾਲਾ, ਇਸ ਦੇਸ਼ ਦੇ ਅੰਦਰ ਹੋ ਸਕਦਾ ਖਾਨਾ ਜੰਗੀ ਵੀ ਹੋਵੇ, ਸਿਵਲ ਵਾਰ ਖਾਨਾ ਜੰਗੀ ਹੋਵੇ। ਉਹਦਾ ਕਾਰਨ ਬੜਾ ਸਾਫ਼ ਹੈ ਕਿ ਦੇਸ਼ ਇਹਨਾਂ ਕੋਲ ਸਾਂਭਿਆ ਨਹੀਂ ਜਾ ਰਿਹਾ। ਕੱਲ੍ਹ ਜਿਹੜਾ ਮੋਦੀ ਨੇ ਕਿਹਾ, ਸੀਤਾਰਮਨ ਨੇ, ਮੈਡਮ ਨੇ ਕਿਹਾ ਕਿ ਅਸੀਂ ਜਿਹੜੇ 6 ਲੱਖ ਰੁਪਈਆ ਜਿਹੜੇ ਦੇਸ਼ ਦੇ ਬਣੇ ਹੋਏ ਐਸੈਟ ਪਬਲਿਕ ਸੈਕਟਰ ਨੂੰ ਵੇਚ ਕੇ ਇਕੱਠਾ ਕਰਾਂਗੇ, ਇਹ ਤੇ ਬੜੀ ਇੱਕ ਬਹੁਤ ਹੀ ਬਦਨਾਮੀ ਤੇ ਨਮੋਸ਼ੀ ਵਾਲੀ ਗੱਲ ਹੈਗੀ ਆ। ਉਸੇ ਹੀ ਤਰੀਕੇ ਨਾਲ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਜੇ ਅੱਜ ਸਾਡਾ VCA ਉੱਥੇ ਅੱਖ ਮਟੱਕਾ ਦਿੱਲੀ ਨਾ ਕਰਦਾ ਹੋਏ। ਚਿੰਤਾ ਨਾ ਕਰੋ, ਮੈਨੂੰ 3 ਸਾਲ ਦੀ ਐਕਸਟੈਂਸ਼ਨ ਤੇ ਤੁਸੀਂ ਦੇ ਦਿੱਤੀ ਹੈ, ਮੈਂ ਇਹਨੂੰ ਪੁੜੀਆਂ 'ਚ ਪਾ ਕੇ ਵੇਚ ਕੇ ਯੂਨੀਵਰਸਿਟੀ ਨੂੰ ਦਿੱਲੀ ਵਾਪਸ ਆਊਂਗਾ। ਇਹ ਭਿਣਕ ਤੇ ਸ਼ੰਕਾ ਸਾਡੇ ਨੌਜਵਾਨਾਂ ਨੂੰ, ਸਟੂਡੈਂਟਸ ਨੂੰ, ਟੀਚਰਾਂ ਨੂੰ ਲੱਗ ਚੁੱਕੀ ਹੈ ਔਰ ਇਸੇ ਕਰਕੇ ਉਹ ਐਡੀ ਵੱਡੀ ਗਿਣਤੀ ਅੱਜ ਇਕੱਠੇ ਹੋਏ ਆ। ਇਹ ਯੂਨੀਵਰਸਿਟੀ ਨੂੰ ਤਬਾਹ ਨਹੀਂ ਹੋਣ ਦੇਣਗੇ ਔਰ ਜਿਹੜੀ ਇਹਨਾਂ ਦੀ ਐਸੈਂਸ਼ੀਅਲ ਕੁਆਲੀਫਿਕੇਸ਼ਨ ਬਣੀ ਹੈ ਕਿ ਉਹ ਬੰਦਾ ਲੱਭ ਕੇ ਲਾਉਂਦੇ ਆ, ਭਾਵੇਂ ਟੀਚਰ ਲਾਉਣਾ ਹੋਵੇ, ਭਾਵੇਂ VC ਲਾਉਣਾ ਹੋਵੇ, ਜਿਹੜਾ ਇਹਨਾਂ ਦੀ ਸੋਚ ਮੁਤਾਬਕ ਕਿ ਕੋਈ ਵੀ ਲੋਕਤੰਤਰਿਕ ਪ੍ਰਣਾਲੀ ਦਾ ਹਿੱਸਾ ਇੱਥੇ ਬਚੇ ਨਾ, ਉਸ ਪਾਸੇ ਨੂੰ ਚੱਲਣ ਵਾਲੇ ਆ। ਉਹੀ ਕਿਸਮ ਦਾ ਇਹ VC ਲਾਇਆ ਜਿਸ ਦੇ ਮਿਸ ਹੈਂਡਲਿੰਗ ਤੇ ਇੰਨਾ ਅੱਜ ਆਕਰੋਸ਼ ਹੈਗਾ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਬੜੀ ਹੀ ਬਰੀਕੀ ਦੇ ਨਾਲ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਔਰ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਖੂੰਜੇ ਲਾਉਣ ਦੀਆਂ ਜਿਹੜੀਆਂ ਨੇ ਉਹ ਤਾਨਾਸ਼ਾਹੀ ਅਤੇ ਕੇਂਦਰ ਦੀਆਂ ਜਿਹੜੀਆਂ ਨੀਤੀਆਂ ਚੱਲ ਰਹੀਆਂ, ਪਰ ਇਹਨਾਂ ਨੂੰ ਪੂਰਨ ਅੰਜਾਮ ਨਹੀਂ ਦੇਣ ਦਿੱਤਾ ਜਾਵੇਗਾ। ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਦੇ ਲਈ ਵੇਖਦੇ ਰਹੋ ਵਾਇਸ ਆਫ ਪੰਜਾਬ TV।